Hello students, this is Rupinder Kaur from Government High School Mansingwala. Today we are discussing a third chapter for 7th class. The name of our topic is Birbal's Khichdi. Okay, firstly we have to do word meaning. First word is glowing, चमक ਰਿਹਾ, starving, ਭੁੱਖਾ ਰਹਿ ਰਿਹਾ ਜਾਂ ਭੁੱਖਾ ਮਰ ਰਿਹਾ, frozen, frozen, ਜੰਮਣਾ ਜਾਂ ਜੰਮਿਆ ਹੋਇਆ, ਠੀਕ ਹੈ। extreme, ਬਹੁਤ ਜ਼ਿਆਦਾ, deserve, ਕਾਬਿਲ ਹੋਣਾ, consider, ਵਿਚਾਰਨਾ ਜਾਂ ਵਿਚਾਰ ਅਧੀਨ, warmth, ਨਿੱਘਾ, brahmin, ਬ੍ਰਾਹਮਣ, shivering, ਕੰਬਣਾ ਜਾਂ ਕੰਬਦਾ ਰਿਹਾ, ਠੀਕ ਹੈ। Now we have to do some important sentences for retranslation. Actually I have not read whole PDF file or whole story from the chapter. I'm doing only important sentences which you have to do for your retranslation. So keep it up in your mind, ठीक है। इनू you have to write these sentences on your notebook too. First sentence is it was winter time, सर्दी ਦਾ ਸਮਾਂ ਸੀ। The ponds and lakes near Akbar's palace were all frozen. ਨਦੀਆਂ ਨਾਲੇ ਜੋ ਅਕਬਰ ਦੇ ਮਹਿਲ ਦੇ ਨੇੜੇ ਸਨ ਜੰਮੇ ਹੋਏ ਸਨ, ਠੀਕ ਹੈ। ponds and lakes ਨਦੀਆਂ ਨਾਲੇ, near Akbar's palace were all frozen, ਸਾਰੇ ਕੀ ਸੀ, ਜੰਮੇ ਹੋਏ ਸੀ, ਠੀਕ ਹੈ। at Akbar's court, ਹੁਣ ਅਕਬਰ ਦੇ ਦਰਬਾਰ ਦੇ ਵਿੱਚ, ਜਦੋਂ ਕੋਰਟ ਦੇ ਵਿੱਚ ਆਪਾਂ ਇਹ ਮਤਲਬ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। all sentences have written on your notebook, lesson, ਠੀਕ ਹੈ। ਅਕਬਰ also asked ਬੀਰਬਲ, ਅਕਬਰ ਬੀਰਬਲ ਤੋਂ ਪੁੱਛਦਾ ਹੈਗਾ, ਟੈਲ ਮੀ ਵਨ ਥਿੰਗ ਬੀਰਬਲ, ਬੀਰਬਲ ਮੈਨੂੰ ਇੱਕ ਗੱਲ ਦੱਸ, ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫਾਰ ਮਨੀ, ਕਿ ਇੱਕ ਇਨਸਾਨ ਪੈਸੇ ਲਈ ਕੁਛ ਵੀ ਕਰ ਸਕਦਾ, ਠੀਕ ਹੈ। ਬੀਰਬਲ ਰਿਪਲਾਈਡ, ਠੀਕ ਹੈ, ਰਿਪਲਾਈ ਮੈਨੇ ਉੱਤਰ ਦੇਣਾ, ਉੱਤਰ ਕੀ ਦਿੰਦਾ ਹੈਗਾ, ਯੈਸ ਯੂਅਰ ਮੈਜੈਸਟੀ, ਹਾਂ ਮਹਾਰਾਜ। ਅਕਬਰ ordered all right then prove it, ਕਹਿੰਦੇ ਠੀਕ ਹੈ ਮੈਂ ਮੰਨ ਲੈਣਾ ਗਾ ਕਿ ਕੋਈ ਇਨਸਾਨ ਪੈਸੇ ਦੇ ਲਈ ਕੁਛ ਵੀ ਕਰ ਸਕਦਾ ਹੈ, then you have to prove it. The next day Birbal came to the court along with the Brahmin. ਅਗਲੇ ਦਿਨ ਬੀਰਬਲ ਇੱਕ ਬ੍ਰਾਹਮਣ ਨਾਲ ਦਰਬਾਰ ਵਿੱਚ ਆਉਂਦਾ ਹੈ, ਠੀਕ ਹੈ, ਅਗਲੇ ਦਿਨ, ਠੀਕ ਹੈ। ਨੈਕਸਟ ਡੇ ਬ੍ਰਾਹਮਣ ਨਾਲ ਆਉਂਦਾ, ਤਾਂ ਬ੍ਰਾਹਮਣ ਕੌਣ ਹੁੰਦਾ ਹੈਗਾ, ਹੀ ਵਾਜ਼ ਐਕਸਟ੍ਰੀਮਲੀ ਪੂਅਰ, ਉਹ ਬਹੁਤ ਜ਼ਿਆਦਾ ਗਰੀਬ ਹੁੰਦਾ ਹੈ, ਕੌਣ, ਬ੍ਰਾਹਮਣ, ਠੀਕ ਹੈ। ਅਤੇ ਐਂਡ ਹਿਜ਼ ਫੈਮਲੀ ਵਾਜ਼ ਸਟਾਰਵਿੰਗ, ਅਤੇ ਉਹਦੀ ਜਿਹੜੀ ਫੈਮਿਲੀ ਹੁੰਦੀ ਆ ਉਹ ਭੁੱਖ ਨਾਲ ਮਰ ਰਹੀ ਹੁੰਦੀ ਹੈ। ਸਟਾਰਵਿੰਗ ਵਰਡ ਆਪਾਂ ਪੜ੍ਹਿਆ ਨਾ ਪਹਿਲਾਂ, ਸਟਾਰਵਿੰਗ ਮੈਨੇ ਭੁੱਖਾ ਮਰ ਰਿਹਾ ਜਾਂ ਭੁੱਖਾ ਰਹਿ ਰਿਹਾ। ਹੀ ਹੈਡ ਨੋ ਮਨੀ ਟੂ ਫੀਡ ਦੈਮ, ਉਹਦੇ ਕੋਲ ਕੋਈ ਪੈਸਾ ਨਹੀਂ ਹੁੰਦਾ ਹੈਗਾ ਕਿ ਉਹ ਆਪਣੇ ਫੈਮਿਲੀ ਨੂੰ ਫੀਡ ਦੇ ਸਕੇ, ਠੀਕ ਹੈ, ਭੋਜਨ ਦੇ ਸਕੇ, ਬਹੁਤ ਜ਼ਿਆਦਾ ਐਕਸਟ੍ਰੀਮਲੀ ਪੂਅਰ ਹੁੰਦਾ ਹੈਗਾ। ਬੀਰਬਲ ਸੈਡ ਟੂ ਦਾ ਕਿੰਗ, ਬੀਰਬਲ ਰਾਜੇ ਨੂੰ ਕਹਿੰਦਾ, ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ ਐਨੀਥਿੰਗ ਫਾਰ ਦਾ ਸੇਕ ਆਫ ਮਨੀ, ਕਿ ਇਹ ਬ੍ਰਾਹਮਣ ਤਿਆਰ ਹੈ ਕੁਛ ਵੀ ਕਰਨ ਲਈ, ਐਨੀਥਿੰਗ ਕੁਛ ਵੀ ਕਰਨ ਲਈ, ਫਾਰ ਦਾ ਸੇਕ ਆਫ ਮਨੀ, ਫਾਰ ਦਾ ਸੇਕ ਆਫ ਮਨੀ, ਪੈਸੇ ਦੇ ਲਈ, ਠੀਕ ਹੈ। ਉਹ ਜਦੋਂ ਇਹ ਗੱਲ ਸੁਣਦਾ ਅਕਬਰ, ਤਾਂ ਉਸ ਤੋਂ ਬਾਅਦ ਅਕਬਰ ਉਹਨੂੰ ਕਹਿੰਦਾ ਹੈਗਾ ਕਿ ਸਟੈਂਡ ਇਨਸਾਈਡ ਦਾ ਫਰੋਜ਼ਨ ਪੌਂਡ all through the night without any clothes, ਕਿ ਪੂਰੀ ਰਾਤ ਬਿਨਾਂ ਕੱਪੜਿਆਂ ਤੋਂ ਜੰਮੀ ਹੋਈ ਤਲਾਬ ਦੇ ਕਿਨਾਰੇ ਖੜੇ ਹੋ ਜਾਓ। ਸਟੈਂਡ ਇਨਸਾਈਡ ਦਾ ਫਰੋਜ਼ਨ ਪੌਂਡ all through the night, ਹੈ ਨਾ, ਸਾਰੀ ਰਾਤ ਕਹਿੰਦੇ ਤੂੰ ਪੂਰੀ ਰਾਤ ਬਿਨਾਂ ਵਿਦਾਊਟ ਐਨੀ ਕਲੋਥ, ਬਿਨਾਂ ਕੱਪੜਿਆਂ ਤੋਂ ਜਿਹੜਾ ਹੈ ਜਮੀ ਹੋਈ ਤਲਾਬ ਦੇ ਕਿਨਾਰੇ, ਹੈ ਨਾ, ਖੜਾ ਹੋਣਾ ਹੈਗਾ। ਦਾ ਪੂਅਰ ਬ੍ਰਾਹਮਣ ਨੀਡਡ ਮਨੀ, ਗਰੀਬ ਬ੍ਰਾਹਮਣ ਨੂੰ ਕੀ ਹੁੰਦੀ ਹੈ, ਪੈਸੇ ਦੀ ਜ਼ਰੂਰਤ ਹੁੰਦੀ ਹੈ। ਹੀ ਹੈਡ ਨੋ ਚੋਇਸ, ਉਹ ਉਸ ਕੋਲ ਹੋਰ ਕੋਈ ਰਾਹ ਨਹੀਂ ਹੁੰਦਾ, ਠੀਕ ਹੈ। ਤਾਂ ਉਹ ਕਹਿੰਦਾ ਅਕਬਰ ਨੇ ਇੱਥੇ ਕਿਹਾ, ਕਹਿੰਦੇ ਜਿਹੜਾ ਜੇ ਤੂੰ ਇੱਥੇ ਖੜਾ ਹੋ ਗਿਆ ਤਾਂ ਮੈਂ ਤੈਨੂੰ 200 ਰੁਪਏ ਯਾਨੀ ਕਿ
200 ਸੋਨੇ ਦੇ ਸਿੱਕੇ ਦੇਵਾਂਗਾ, ਠੀਕ ਹੈ। ਤਾਂ ਕਹਿੰਦਾ ਵੀ ਠੀਕ ਹੈ, ਕਿਉਂਕਿ ਉਹ ਐਕਸਟ੍ਰੀਮਲੀ ਪੂਅਰ ਹੁੰਦਾ ਹੈਗਾ, ਤਾਂ ਉਹਨੂੰ ਚਾਹੀਦਾ ਹੁੰਦਾ ਪੈਸਾ, ਹੈ ਨਾ। ਤਾਂ ਉਹ ਕਹਿ ਦਿੰਦਾ ਵੀ ਕੋਈ ਗੱਲ ਨਹੀਂ, ਜਦੋਂ ਆਪਣੀ ਫੈਮਿਲੀ ਬਾਰੇ ਸੋਚਦਾ ਹੈਗਾ ਤਾਂ ਉਹ ਤਿਆਰ ਹੋ ਜਾਂਦਾ, ਠੀਕ ਹੈ ਬੇਟੇ। ਨੈਕਸਟ ਪੁਆਇੰਟ ਇਜ਼ I could see faintly glowing light of the palace a mile away, है ना। मैं ਹਲਕੀ ਚਮਕਦੀ ਹੋਈ ਇੱਕ ਮੀਲ ਦੂਰ ਮਹਿਲ ਦੀ ਰੋਸ਼ਨੀ ਦੇਖ ਸਕਦਾ ਸੀ। ਤਾਂ ਉਹ ਜਦੋਂ ਅਗਲੇ ਦਿਨ ਜਦੋਂ ਉਹ ਕਹਿੰਦਾ ਕਿ ਜਦੋਂ ਤਿਆਰ ਹੋ ਜਾਂਦਾ ਗਾ ਕਿ ਹਾਂ ਠੀਕ ਹੈ ਮੈਂ ਖੜੂੰਗਾ, ਤਾਂ ਉਹ ਅਗਲੇ ਨੈਕਸਟ ਡੇ ਜਦੋਂ ਦਰਬਾਰ ਦੇ ਵਿੱਚ ਪੇਸ਼ ਹੁੰਦਾ ਹੈਗਾ ਤਾਂ ਅਕਬਰ ਉਹ ਤੋਂ ਪੁੱਛਦਾ ਵੀ ਤੂੰ ਇੰਨੀ ਠੰਡ ਦੇ ਵਿੱਚ ਕਿਵੇਂ ਖੜਾ ਰਿਹਾ, ਹੈ ਨਾ, ਬਿਨਾਂ ਕੱਪੜਿਆਂ ਤੋਂ। ਤਾਂ ਉਹ ਕਹਿੰਦਾ ਕਿ ਮੈਂ ਆਈ ਕੁਡ ਸੀ ਫੇਂਟਲੀ, ਫੇਂਟ ਨਹੀਂ ਵੀ ਨੇ ਹਲਕੀ, ਗਲੋਇੰਗ ਵੀ ਨੇ ਚਮਕ ਰਹੀ ਲਾਈਟ, ਹੈ ਨਾ, ਦੇਖ ਕੇ ਉਫ ਦੀ ਪੈਲੇਸ ਆ ਮੀਲ ਵੀ ਇੱਕ ਮੀਲ ਦੂਰ ਮੀਲ 'ਤੇ ਜਿਹੜੀ ਰੋਸ਼ਨੀ ਚਮਕ ਰਹੀ ਸੀ ਉਹਨੂੰ ਦੇਖ ਕੇ ਮੈਂ ਕੀ ਆ ਖੜਾ ਰਿਹਾ, ਠੀਕ ਹੈ। ਕਿਉਂਕਿ ਉਹ ਉਸ ਨੂੰ ਕੀ ਲੈ ਕੇ, ਉਹ ਲਾਈਟ ਨੂੰ ਕੀ ਲੈ ਕੇ ਜਾ ਰਿਹਾ ਸੀਗਾ, ਇੱਕ ਹੋਪ, ਇੱਕ ਆਸ ਦੀ ਕਿਰਨ ਲੈ ਕੇ ਜਾ ਰਿਹਾ ਸੀ ਨਾ, ਕਿ ਮਤਲਬ ਜੇ ਮੈਂ ਇੱਥੇ ਪੂਰਾ ਰਾਤ ਖੜਾ ਰਿਹਾ ਤਾਂ ਮੈਨੂੰ ਪੈਸੇ ਮਿਲਣਗੇ, ਇਹ ਮਹਿਲ ਵਾਲੇ ਮੈਨੂੰ ਪੈਸੇ ਦੇਣਗੇ, ਹੈ ਨਾ, ਅਤੇ ਮੈਂ ਆਪਣੀ ਫੈਮਲੀ ਨੂੰ ਫੀਡ ਦੇ ਪਾਊਂਗਾ। ਤਾਂ ਉਹ ਕਹਿੰਦਾ ਇੱਕ ਵੀ ਮਤਲਬ ਰੋਸ਼ਨੀ ਦੇ ਤੌਰ 'ਤੇ ਉਹਨੂੰ ਆਸ ਦੀ ਕਿਰਨ ਦੇ ਤੌਰ 'ਤੇ ਉਹ ਲੈ ਕੇ ਜਾ ਰਿਹਾ ਸੀਗਾ ਉਸ ਲਾਈਟ ਨੂੰ, ਅਤੇ ਉਹਦੇ ਸਹਾਰੇ ਉਹ ਸਾਰੀ ਰਾਤ ਉੱਥੇ ਖੜਾ ਰਿਹਾ। ਅਕਬਰ ਸਡਨਲੀ ਬਿਕਮ ਵੈਰੀ ਸਟਰਨ ਵੀ ਨਹੀਂ ਹੁੰਦਾ ਸਖਤ, ਹੈ ਨਾ, ਵੀ ਅਚਾਨਕ ਹੀ ਉਹਦਾ ਸੁਭਾਅ ਇੱਕਦਮ ਚੇਂਜ ਹੋ ਜਾਂਦਾ ਹੈਗਾ, ਅਚਾਨਕ ਹੀ ਬਹੁਤ ਸਖਤ ਨਜ਼ਰ ਆਉਂਦਾ ਹੈ। ਯੂ ਹੈਵ ਚੀਟਡ ਮੀ, ਤੂੰ ਮੈਨੂੰ ਧੋਖਾ ਦਿੱਤਾ। ਯੂ ਲੁਕਡ ਐਟ ਦੀ ਪੈਲੇਸ ਲਾਈਟਸ ਐਂਡ ਗੋਟ ਵਾਰਮਥ ਫਰੋਮ ਦੀ ਲਾਈਟਸ, ਤੂੰ ਸਾਰੀ ਰਾਤ ਮਹਿਲ ਦੀ ਰੋਸ਼ਨੀ ਵੇਖਦਾ ਰਿਹਾ ਅਤੇ ਇਸ ਤੋਂ ਤੈਨੂੰ ਗਰਮੀ ਪ੍ਰਾਪਤ ਹੁੰਦੀ ਰਹੀ, ਹੈ ਨਾ। ਉਹ ਅਕਬਰ ਕਹਿੰਦਾ ਕਿ ਤੂੰ ਮੈਨੂੰ ਧੋਖਾ ਦਿੱਤਾ, ਤੂੰ ਕਹਿ ਰਿਹਾ ਕਿ ਵੀ ਮੈਂ ਸਾਰੀ ਰਾਤ ਇੱਕ ਮੀਲ ਅਵੇ ਮਹਿਲ ਦੀ ਰੋਸ਼ਨੀ ਦੇਖਦਾ ਰਿਹਾ। ਤਾਂ ਉਹ ਕਹਿੰਦਾ ਵੀ ਤੂੰ ਤਾਂ ਮਹਿਲ ਦੀ ਰੋਸ਼ਨੀ ਤੋਂ ਤੇਰੇ ਸਰੀਰ ਨੂੰ ਤਾਂ ਤੇਰੀ ਬੋਡੀ ਨੂੰ ਤਾਂ ਵਾਰਮ ਮਿਲਦਾ ਰਿਹਾ, ਗਰਮੀ ਮਿਲਦੀ ਰਹੀ, ਤਾਂ ਕਰਕੇ ਤੂੰ ਖੜ ਗਿਆ, ਤੂੰ ਤਾਂ ਮੈਨੂੰ ਧੋਖਾ ਦਿੱਤਾ। ਤੂੰ ਯੂ ਡੂ ਨੋਟ ਡਿਜ਼ਰਵ ਦੀ ਰਿਵਾਰਡ, ਹੈ ਨਾ, ਤੂੰ ਰਿਵਾਰਡ ਪ੍ਰਾਪਤ ਕਰਨ ਦੇ ਡਿਜ਼ਰਵ ਹੱਕਦਾਰ ਨਹੀਂ ਹੈ, ਠੀਕ ਹੈ। ਯੂ ਡੂ ਨੋਟ ਡਿਜ਼ਰਵ ਦੀ ਰਿਵਾਰਡ, ਤੂੰ ਇਨਾਮ ਦਾ ਹੱਕਦਾਰ ਨਹੀਂ ਹੈ। ਹੀ ਰਿਟਰਨ ਡਿਸਅਪੁਆਇੰਟਡ ਐਂਡ ਬੇਅਰ ਹੈਂਡਡ ਫਰੋਮ ਅਕਬਰਜ਼ ਕੋਰਟ, ਉਹ ਦੁਖੀ ਹੋ ਕੇ ਅਤੇ ਖਾਲੀ ਹੱਥ ਅਕਬਰ ਦੇ ਦਰਬਾਰ ਵਿੱਚੋਂ ਵਾਪਿਸ ਆ ਗਿਆ, ਠੀਕ ਹੈ। ਹੀ ਰਿਟਰਨ ਡਿਸਅਪੁਆਇੰਟਡ, ਇੱਥੇ ਮੈंने ਐਰੋ ਦਾ ਨਿਸ਼ਾਨ ਪਾਇਆ ਨਾ, ਇੱਥੇ ਵਾਲੀ ਸਾਰੀ ਲਾਈਨ ਨੋਟ ਕਰ ਲਿਓ, ਠੀਕ ਹੈ। ਹੀ ਰਿਟਰਨ ਡਿਸਅਪੁਆਇੰਟਡ, ਉਹ ਡਿਸਅਪੁਆਇੰਟ ਹੋ ਗਏ, ਉਦਾਸ ਹੋ ਕੇ, ਦੁਖੀ ਹੋ ਕੇ, ਐਂਡ ਬੇਅਰ ਹੈਂਡਡ ਮੈਨੇ ਖਾਲੀ ਹੱਥ, ਫਰੋਮ ਅਕਬਰਜ਼ ਕੋਰਟ। The next day ਬੀਰਬਲ did not go to ਅਕਬਰਜ਼ ਕੋਰਟ, ਅਗਲੇ ਦਿਨ ਬੀਰਬਲ ਅਕਬਰ ਦੇ ਦਰਬਾਰ ਵਿੱਚ ਨਹੀਂ ਗਿਆ। He would come to the court only after his ਖਿਚੜੀ get cooked, ਅਤੇ ਜਦੋਂ ਉਹ ਦਰਬਾਰ 'ਚ ਨਹੀਂ ਆਇਆ ਤਾਂ ਉਹਨੇ ਆਪਣੇ ਆਪ ਮੈਸੇਂਜਰ ਦੇ ਹੱਥ ਦਰਬਾਰ ਦੇ ਵਿੱਚ ਅਕਬਰ ਨੂੰ ਸੰਦੇਸ਼ ਭੇਜਿਆ ਕਿ ਉਹ ਕੇਵਲ ਉਦੋਂ ਹੀ ਦਰਬਾਰ ਵਿੱਚ ਆਵੇਗਾ ਜਦੋਂ ਉਸ ਦੀ ਖਿਚੜੀ ਬਣ ਕੇ ਤਿਆਰ ਹੋ ਜਾਵੇਗੀ। ਉਹਨੇ ਖਿਚੜੀ ਰੱਖੀ ਹੋਈ ਸੀਗੀ ਬਣਨ ਲਈ, ਅਤੇ ਕਹਿੰਦੇ ਵੀ ਮੈਂ ਸਿਰਫ ਉਦੋਂ ਹੀ ਆਊਂਗਾ ਜਦੋਂ ਮੇਰੀ ਖਿਚੜੀ ਬਣ ਕੇ ਤਿਆਰ ਹੋ ਜਾਊਗੀ। ਬੀਰਬਲ ਡਿਡ ਨੋਟ ਟਰਨ ਅਪ ਈਵਨ ਆਫਟਰ 5 days, ਬੀਰਬਲ 5 ਦਿਨ ਬਾਅਦ ਵੀ ਨਹੀਂ ਆਉਂਦਾ, ਹੈ ਨਾ, ਉੱਥੇ ਵਾਪਸ ਆਉਂਦਾ। ਤਾਂ ਜਦੋਂ ਨਹੀਂ ਪਹੁੰਚਾ ਤਾਂ ਜਿਹੜਾ ਹੈਗਾ ਮਤਲਬ ਅਕਬਰ, ਹੈ ਨਾ, ਉਹ ਖੁਦ ਜਾਂਦਾ ਹੈਗਾ ਉਹਦੇ ਘਰ ਅਤੇ ਦੇਖਦਾ ਹੈਗਾ ਕਿ ਇੱਕ ਪਾਸੇ ਤਾਂ ਖਿਚੜੀ ਪਈ ਹੈ ਨਾ, ਦੂਜੇ ਪਾਸੇ ਥੋੜ੍ਹੀ ਜਿਹੀ ਦੂਰ 'ਤੇ ਅੱਗ ਬਲ ਰਹੀ ਹੈ ਨਾ, ਅੱਗ ਵੀ ਬਲ ਰਹੀ ਹੈ, ਖਿਚੜੀ ਵੀ ਅੱਧ ਕੱਚੀ ਜਿਹੀ ਪਈ ਹੈ, ਪਰ ਪਈ ਹੈ ਨਾ, ਪਰ ਅੱਗ ਕਿਤੇ ਹੋਰ ਬਲ ਰਹੀ ਹੈ ਅਤੇ ਥੋੜ੍ਹੀ ਦੂਰ ਉਹਨੇ ਮਤਲਬ ਖਿਚੜੀ ਰੱਖੀ ਹੋਈ ਹੈ। ਆਈ ਕੰਸੀਡਰਡ ਯੂ ਟੂ ਬੀ ਦਾ ਵਾਈਜ਼ੈਸਟ ਇਨ ਦਿਸ ਕੰਟਰੀ, ਕਹਿੰਦੇ ਮੈਂ ਤੁਹਾਨੂੰ ਇਸ ਦੇਸ਼ ਵਿੱਚ ਸਭ ਤੋਂ ਜ਼ਿਆਦਾ ਬੁੱਧੀਮਾਨ ਸਮਝਦਾ ਸੀ। ਇਹ ਕਮੈਂਟ ਅਕਬਰ ਦਿੰਦਾ ਹੈਗਾ ਬੀਰਬਲ ਨੂੰ ਕਿ ਮੈਂ ਤੁਹਾਨੂੰ ਇਸ
ਦੇਸ਼ ਵਿੱਚ ਸਭ ਤੋਂ ਜ਼ਿਆਦਾ ਬੁੱਧੀਮਾਨ ਸਮਝਦਾ ਸੀ, ਹੈ ਨਾ। ਤਾਂ ਪਰ ਕਹਿੰਦੇ ਤੂੰ ਤਾਂ ਮੈਨੂੰ ਮਤਲਬ ਫੇਲ ਕਰਤਾ, ਹੈ ਨਾ, ਤੂੰ ਤਾਂ ਮੈਨੂੰ ਗਲਤ ਸਾਬਿਤ ਕਰਤਾ। ਉਹ ਕਹਿੰਦਾ, ਉਹ ਬੀਰਬਲ ਪੁੱਛਦਾ ਕਿ ਮਹਾਰਾਜ ਮੈਂ ਕਿਵੇਂ ਗਲਤ ਸਾਬਿਤ ਕਰਤਾ, ਤੁਸੀਂ ਕਿਵੇਂ ਕਹਿ ਸਕਦੇ ਕਿ ਮੈਂ ਬੁੱਧੀਮਾਨ ਨਹੀਂ ਹੈਗਾ। ਕਹਿੰਦੇ ਕਿਉਂਕਿ ਤੇਰੀ ਦੇਖ ਤੇ ਖਿਚੜੀ ਤਾਂ ਕਿੰਨੀ ਦੂਰ ਪਈ ਆ ਅਤੇ ਤੂੰ ਅੱਗ ਕਿੱਥੇ ਬਾਲੀ ਹੋਈ ਹੈ ਨਾ। ਤਾਂ ਉਹ ਕਹਿੰਦਾ ਵੀ ਮੈਂ ਤਾਂ ਉਵੇਂ ਟਰਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਤੁਸੀਂ ਕਿਹਾ ਸੀਗਾ। ਉਹ ਕਹਿੰਦੇ ਮੈਂ ਕੀ ਕਿਹਾ ਸੀ, ਅਕਬਰ ਕਹਿੰਦਾ। ਤਾਂ ਉਹ ਅਕਬਰ ਨੂੰ ਸਮਝਾਉਂਦਾ ਕਿ ਤੁਸੀਂ ਕਿਹਾ ਸੀ ਨਾ ਬ੍ਰਾਹਮਣ ਨੂੰ ਕਿ ਤੈਨੂੰ ਇੰਨੀ ਦੂਰ 1 ਮੀਲ ਅਵੇ ਰੋਸ਼ਨੀ ਜਿਹੜੀ ਮਿਲ ਰਹੀ ਹੈ, ਤੈਨੂੰ ਉੱਥੋਂ ਮਤਲਬ ਗਰਮੀ ਮਿਲਦੀ ਰਹੀ ਤਾਂ ਤੂੰ ਇੱਥੇ ਖੜ੍ਹਾ ਰਿਹਾ ਇੰਨੀ ਦੂਰ ਤੋਂ, ਹੈ ਨਾ। ਤਾਂ ਮੈਂ ਵੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਸ਼ਾਇਦ ਮੇਰੀ ਖਿਚੜੀ ਵੀ ਇੰਨੀ ਦੂਰ ਤੋਂ ਅੱਗ ਫੜ ਲਵੇ ਅਤੇ ਸ਼ਾਇਦ ਪੱਕ ਜਾਵੇ। 5 ਦਿਨ ਹੋ ਗਏ ਹਜੇ ਤੱਕ ਤਾਂ ਬਣੀ ਨਹੀਂ ਹੈਗੀ, ਹੈ ਨਾ। ਤਾਂ ਮਤਲਬ ਫਿਰ ਉਸ ਤੋਂ ਬਾਅਦ ਅਕਬਰ ਦੀ ਅੱਖਾਂ ਖੁੱਲ੍ਹ ਜਾਂਦੀਆਂ ਨੇ, ਅਕਬਰ ਨੂੰ ਗਿਆਨ ਹੋ ਜਾਂਦਾ ਹੈਗਾ, ਪਤਾ ਲੱਗ ਜਾਂਦਾ ਹੈਗਾ ਕਿ ਹੀ ਹੈਵ ਡਨ ਅ ਮਿਸਟੇਕ, ਹੈ ਨਾ। ਹੀ ਕੋਲਡ ਦਾ ਪੂਅਰ ਬ੍ਰਾਹਮਣ ਐਂਡ ਗੇਵ ਹਿਮ 2000 ਗੋਲਡ ਕੁਆਇਨਸ। ਫਿਰ ਉਹ ਗਰੀਬ ਬ੍ਰਾਹਮਣ ਨੂੰ ਬੁਲਾਉਂਦਾ ਹੈ ਅਤੇ 200 ਸੋਨੇ ਦੇ ਸਿੱਕੇ ਉਹਨੂੰ ਦੇ ਦਿੰਦਾ ਹੈਗਾ। ਅਤੇ ਉਹ ਕਿਉਂਕਿ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ, ਠੀਕ ਹੈ। ਅਕਬਰ ਵਾਜ਼ ਵੈਰੀ ਹੈਪੀ ਦੈਟ ਬੀਰਬਲ ਹੈਡ ਹੈਲਪਡ ਹਿਮ ਟੂ ਰਿਅਲਾਈਜ਼ ਹਿਜ਼ ਮਿਸਟੇਕ, ਹੈ ਨਾ। ਅਕਬਰ ਖੁਸ਼ ਸੀ ਕਿ ਬੀਰਬਲ ਨੇ ਉਸ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਉਣ ਵਿੱਚ ਸਹਾਇਤਾ ਕੀਤੀ, ਠੀਕ ਹੈ ਬੇਟੇ। ਇੱਥੇ ਤੱਕ ਆਪਣਾ ਜਿਹੜਾ ਸੀਗਾ ਲੈਸਨ ਸੀ, ਉਹਦੇ ਵਿੱਚੋਂ ਮੈਂ ਕੁਛ ਕੁ ਇੰਪੋਰਟੈਂਟ ਲਾਈਨਸ ਤੁਹਾਡੇ ਲਈ ਲਿਖ ਕੇ ਪੇਸ਼ ਕੀਤੀਆਂ ਨੇ ਕਿਆ, ਠੀਕ ਹੈ। ਦੀਜ਼ ਲਾਈਨਸ ਆਰ ਇੰਪੋਰਟੈਂਟ ਫਾਰ ਰੀਟ੍ਰਾਂਸਲੇਸ਼ਨ। ਨੈਕਸਟ ਪੁਆਇੰਟ ਇਜ਼, ਪਹਿਲਾਂ ਆਪਾਂ ਫਸਟ ਐਕਸਰਸਾਈਜ਼ ਕਰ ਚੁੱਕੇ ਹਾਂ, ਦਿਸ ਵਾਜ਼ ਵਰਡ ਮੀਨਿੰਗ ਐਂਡ ਸੈਕਿੰਡ ਐਕਸਰਸਾਈਜ਼ ਵਾਜ਼ ਵੋਕੈਬਲਰੀ ਐਕਸਪੈਂਸ਼ਨ। ਤਾਂ ਉਹ ਕਹਿੰਦੇ ਕਿ ਹਾਊ ਯੂ ਕੈਨ ਬ੍ਰੇਕ ਦੈਮ ਮਤਲਬ ਇਹ ਜਿਹੜੇ ਵਰਡਸ ਲਿਖੇ ਹੋਏ ਆ ਜਿਵੇਂ ਫਰੋਜ਼ਨ ਹੈ, ਰਿਟਰਨ ਹੈ, ਐਕਸਟ੍ਰੀਮਲੀ, ਹੈ ਨਾ, ਡਿਸਅਪੋਇੰਟਡ, ਸ਼ਿਵਰਿੰਗ, ਵਾਈਜ਼ੈਸਟ, ਰੀਅਲਾਈਜ਼, ਲੁਕਿੰਗ, ਕਹਿੰਦੇ ਇਹਨੂੰ ਤੋੜ ਕੇ ਲਿਖੋ, ਹੈ ਨਾ। ਤਾਂ ਤੋੜਨ ਦਾ ਮਤਲਬ ਫਿਕਸਿਸ, ਹੈ ਨਾ, ਉਹਦੇ ਬਾਰੇ ਥੋੜ੍ਹੀ ਜਿਹੀ ਡਿਟੇਲ 'ਚ ਸਮਝ ਲਓ ਕਿ ਇੱਕ ਰੂਟ ਵਰਡ ਹੁੰਦਾ ਹੈਗਾ। ਜਿਵੇਂ ਇੱਥੇ ਮੈंने ਇੱਕ ਰੂਟ ਵਰਡ ਲਿਆ ਹੈਗਾ ਟੀਚ, ਜੇ ਮੈਂ ਇਹਦੇ ਵਿੱਚ ਅੱਗੇ ਪ੍ਰਫਿਕਸ ਲਾਦਾ ਕੋਈ ਤਾਂ ਉਹ ਹੈਗਾ ਮਤਲਬ ਮੈंने ਆਪਣੇ ਵੱਲੋਂ ਲਾਇਆ ਹੈਗਾ ਅਨਟੀਚ, ਹੈ ਨਾ। ਤਾਂ ਸਫਿਕਸ ਲਾਦਾ ਤਾਂ ਏਬਲ, ਟੀਚੇਬਲ, ਹੈ ਨਾ। ਸਫਿਕਸ ਹੁੰਦੇ ਆ ਪਿੱਛੇ ਵਾਲੇ ਸ਼ਬਦ ਜਿਹੜੇ ਪਿੱਛੇ ਆਪਾਂ ਐਕਸਟਰਾ ਤੋਂ ਲਾਉਂਦੇ ਹਾਂ, ਹੈ ਨਾ। ਤਾਂ ਇਸ ਪ੍ਰਫਿਕਸ ਹੁੰਦੇ ਆ ਅੱਗੇ ਵਾਲੇ, ਠੀਕ ਹੈ। ਜਿਵੇਂ ਬਾਊਂਡ ਹੈ, ਨੋਰਥ ਬਾਊਂਡ ਜਾਂ ਬਾਊਂਡਲੈਸ, ਹੈ ਨਾ। ਪ੍ਰਫਿਕਸ ਕਿਹੜੇ ਕਿਹੜੇ ਹੋ ਸਕਦੇ ਆ, ਜਿਵੇਂ EM ਲੱਗ ਸਕਦਾ, EN, dismiss, these prefixes we have to use according to our word, root word, ਹੈ ਨਾ। ਆਪਾਂ ਆਪਣੇ ਰੂਟ ਵਰਡ ਨੂੰ ਜਿਹੜਾ ਫਿੱਟ ਬੈਠਦਾ ਹੈਗਾ ਆਪਾਂ ਉਹੀ ਪ੍ਰਫਿਕਸ ਯੂਜ਼ ਕਰ ਸਕਦੇ ਹਾਂ, ਠੀਕ ਹੈ। ਦਿਸ ਵਾਜ਼ ਆਰ ਪ੍ਰਫਿਕਸ ਲਿਸਟ ਐਂਡ ਦਿਸ ਵਾਜ਼ ਆਰ ਕੀ ਸੀ ਆਪਣੀ ਪ੍ਰਫਿਕਸਿਸ ਦੀ ਲਿਸਟ, ਠੀਕ ਹੈ। ਜੈਲਿਸ, ਜਿਵੇਂ OUS ਲਾਤਾ ਨਾ ਅਤੇ ਜੈਲਿਸ। ਏਜ, ਆਊਟਏਜ, ਜਿਵੇਂ ਮੈਰਿਜ, ਹੈ ਨਾ। ਇੱਕ ਵਰਡ ਹੈਗਾ ਆਪਣਾ ਮੈਰਿਜ, ਹੁਣ ਤਾਂ ਵੀ ਲੱਗ ਰਿਹਾ ਨਾ, ਹੈ ਨਾ। ਮਿਊਜ਼ੀਕਲ, ਹੈ ਨਾ, ਜਿਵੇਂ ਰੀਜਨਲ, ਹੈ ਨਾ। ਵਾਈਜ਼, ITY ਮੈਂਟਲਲੈਸ, SION, FUL, ATE, ING, ਹੈ ਨਾ। ਇਹ ਕੀ ਆਪਣੇ ਫਿਕਸਿਸ ਬਹੁਤ ਈਜ਼ੀ ਹੁੰਦੇ ਨੇਗੇ ਜਦੋਂ ਆਪਾਂ ਪ੍ਰੈਕਟਿਸ ਕਰਦੇ ਹਾਂ, ਹੈ ਨਾ। ਜਦੋਂ ਆਪਾਂ ਨੂੰ ਥੋੜ੍ਹਾ ਜਿਹਾ ਵਰਡਸ ਦਾ ਵੋਕੈਬਲਰੀ ਦਾ ਗਿਆਨ ਹੋ ਜਾਂਦਾ ਹੈਗਾ, ਵੋਕੈਬ ਸਿੱਖ ਜਾਂਦੇ ਹਾਂ, ਤਾਂ ਉਹ ਆਪਣੇ ਲਈ ਇਹ ਫਿਕਸਿਸ ਯੂਜ਼ ਕਰਨਾ ਬੜਾ ਔਖਾ ਨਹੀਂ ਹੁੰਦਾ, ਬਹੁਤ ਈਜ਼ੀ ਹੈ ਨਾ। ਇਸੇ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਵੀ ਤੋੜਾਂਗੇ, ਜਿਵੇਂ ਮੈंने ਤੋੜ ਕੇ ਰੱਖੇ ਨੇ। ਜਿਵੇਂ ਫਰੋਜ਼ਨ ਮੀਨਿੰਗ ਕੀ ਹੁੰਦਾ ਹੈਗਾ ਜੰਮਿਆ, ਫਰੋਜ਼ ਪਲੱਸ EN, ਰਿਟਰਨ, ਰੀ ਪਲੱਸ ਟਰਨ, ਐਕਸਟ੍ਰੀਮਲੀ, ਐਕਸਟ੍ਰੀਮ ਪਲੱਸ LY, ਡਿਸਅਪੋਇੰਟਡ, ਡਿਸ ਪਲੱਸ ਅਪੋਇੰਟਡ, ਹੈ ਨਾ। ਸ਼ਿਵਰਿੰਗ, ਸ਼ਿਵਰ ਪਲੱਸ ING, ਵਾਈਜ਼ੈਸਟ, ਵਾਈਜ਼ ਪਲੱਸ ST, ਰੀਅਲਾਈਜ਼, ਰੀਅਲ ਪਲੱਸ ISC, ਲੁਕਿੰਗ, ਲੁੱਕ plus INC. Okay students, this was our third chapter for 7th class. Some
ਪੁਆਇੰਟਸ ਆ ਲੈਫਟ ਲਾਈਕ ਕੁਐਸਚਨ ਆਨਸਰਸ ਹੈ ਨਾ, ਕੁਛ ਕੁ ਅੱਗੇ ਪੁਆਇੰਟਸ ਰਹਿ ਗਏ ਆ, ਉਹ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੀ ਵੀ ਸੋਲਿਊਸ਼ਨ ਦੇ ਦੂੰਗੀ। ਥੈਂਕ ਯੂ।